ਹੈਲੋ ਫਰੈਂਡਸ, ਮੈਂ ਜਗਦੇਵ ਢਿੱਲੋਂ ਵਾਈਫਾਈ ਐਡੂਕੇਟਰ YouTube ਚੈਨਲ ਤੋਂ ਤੁਹਾਡਾ ਸਵਾਗਤ ਕਰਦਾ ਹਾਂ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਸਟੂਡੈਂਟਸ, ਅੱਜ ਆਪਾਂ ਸਬਜੈਕਟ ਸਟਾਰਟ ਕਰਨ ਜਾ ਰਹੇ ਹਾਂ ਕੁਆਂਟੀਟੇਟਿਵ ਐਪਟੀਟਿਊਡ। ਉਹਦੇ ਵਿੱਚ ਜਿਹੜਾ ਸਾਡਾ ਬੇਸਿਕ ਟੌਪਿਕ ਹੈ ਉਹ ਹੈ ਐਵਰੇਜ, ਯਾਨੀ ਕਿ ਮੀਨ ਤੇ ਸੈਂਟਰ ਟੈਂਡੈਂਸੀ। ਮੈਂ ਫਿਰ ਦੱਸ ਰਿਹਾ ਜਿਹੜਾ ਅੱਜ ਸਾਡਾ ਟੌਪਿਕ ਆ ਉਹ ਕੀ ਆ, ਐਵਰੇਜ, ਮੀਨ ਤੇ ਸੈਂਟਰ ਟੈਂਡੈਂਸੀ। ਐਵਰੇਜ ਕੀ ਚੀਜ਼ ਆ? ਸਾਡੀ ਸੀਰੀਜ਼ ਦੀਆਂ ਉਹ ਸਾਰੀਆਂ ਵੈਲਿਊਜ਼ ਐਵਰੇਜ ਕੀ ਚੀਜ਼ ਆ? ਉਹ ਵੈਲਿਊ ਜਿਹੜੀ ਸਾਡੀ ਸੀਰੀਜ਼ ਦੀਆਂ ਸਾਰੀਆਂ ਵੈਲਿਊਜ਼ ਨੂੰ ਕੀ ਕਰਦੀ ਆ, ਰੀਪ੍ਰੈਜ਼ੈਂਟ ਕਰਦੀ ਆ। ਉਸ ਵੈਲਿਊ ਨੂੰ ਕੀ ਕਿਹਾ ਜਾਂਦਾ? ਐਵਰੇਜ ਕਿਹਾ ਜਾਂਦਾ। ਸਾਡੀ ਲੜੀ ਦੀਆਂ ਉਹ ਸਾਰੀਆਂ ਵੈਲਿਊਜ਼ ਨੂੰ ਜਿਹੜੀ ਵੈਲਿਊ ਕੀ ਕਰਦੀ ਆ, ਰੀਪ੍ਰੈਜ਼ੈਂਟ ਕਰਦੀ ਆ, ਉਸ ਨੂੰ ਅਸੀਂ ਕੀ ਕਹਿੰਦੇ ਆ? ਐਵਰੇਜ ਕਹਿੰਦੇ ਆ। ਹੁਣ ਐਵਰੇਜ ਯਾਨੀ ਕਿ ਜਦੋਂ ਅਸੀਂ ਸਟੈਟਿਕਸ ਦੀ ਗੱਲ ਕਰਦੇ ਹਾਂ, ਪਹਿਲਾਂ ਮੈਂ ਗੱਲ ਕਾਹਦੀ ਕਰਾਂਗਾ? ਸਟੈਟਿਕਸ ਦੀ। ਸਟੈਟਿਕਸ ਦੇ ਵਿੱਚ ਅਸੀਂ ਐਵਰੇਜ ਨੂੰ 3 ਪਾਰਟਸ ਵਿੱਚ ਡਿਵਾਈਡ ਕਰਦੇ ਹਾਂ। ਸਟੈਟਿਕਸ ਦੇ ਵਿੱਚ ਅਸੀਂ ਐਵਰੇਜ ਨੂੰ ਐਵਰੇਜ ਨੂੰ ਕਿੰਨੇ ਪਾਰਟਸ ਵਿੱਚ ਡਿਵਾਈਡ ਕਰਦੇ ਹਾਂ? 3 ਪਾਰਟਸ ਦੇ ਵਿੱਚ। ਇੱਕ ਹੈ ਮੈਥਮੈਟੀਕਲ ਐਵਰੇਜ, ਇੱਕ ਹੈ ਪੋਜੀਸ਼ਨਲ ਐਵਰੇਜ ਤੇ ਇੱਕ ਹੈ ਕਮਰਸ਼ੀਅਲ ਐਵਰੇਜ। ਮੈਂ ਫਿਰ ਦੱਸ ਰਿਹਾ, ਇੱਕ ਕਿਹੜੀ ਆ? ਮੈਥਮੈਟੀਕਲ ਐਵਰੇਜ, ਇੱਕ ਹੈ ਪੋਜੀਸ਼ਨਲ ਐਵਰੇਜ ਤੇ ਇੱਕ ਹੈ ਕਮਰਸ਼ੀਅਲ ਐਵਰੇਜ। ਜਿਹੜੀ ਮੈਥਮੈਟੀਕਲ ਐਵਰੇਜ ਆ ਉਹਨੂੰ ਅੱਗੇ 3 ਪਾਰਟਸ ਵਿੱਚ ਡਿਵਾਈਡ ਕੀਤਾ ਜਾਂਦਾ। ਇੱਕ ਹੈ AM ਯਾਨੀ ਕਿ ਅਰਥਮੈਟਿਕ ਮੀਨ, ਇੱਕ ਹੈ GM ਯਾਨੀ ਕਿ ਜਿਓਮੈਟ੍ਰਿਕ ਮੀਨ ਤੇ ਇੱਕ ਹੈ HM ਯਾਨੀ ਕਿ ਹਾਰਮੋਨਿਕ ਮੀਨ। ਜਿਹੜੀ ਮੈਥਮੈਟੀਕਲ ਐਵਰੇਜ ਆ ਉਹਨੂੰ ਕਿੰਨੇ ਪਾਰਟਸ ਵਿੱਚ ਡਿਵਾਈਡ ਕਰਦੇ ਆ? 3। ਜਿਹੜੀ ਪੋਜੀਸ਼ਨਲ ਐਵਰੇਜ ਆ ਉਹਨੂੰ ਅੱਗੇ ਅਸੀਂ 2 ਪਾਰਟਸ ਵਿੱਚ ਡਿਵਾਈਡ ਕਰਦੇ ਆ। ਇੱਕ ਹੈ ਮੀਡੀਅਨ, ਇੱਕ ਹੈ ਮੋਡ। ਤੇ ਜਿਹੜੀ ਕਮਰਸ਼ੀਅਲ ਐਵਰੇਜ ਆ ਉਹਦੇ ਵਿੱਚ ਕਾਹਦੀ ਗੱਲ ਹੁੰਦੀ ਆ? ਮੂਵਿੰਗ ਦੀ ਗੱਲ ਹੁੰਦੀ। ਇਹ ਤਾਂ ਗੱਲ ਹੈ ਸਟੈਟ ਦੀ। ਬਟ ਜਦੋਂ ਅਸੀਂ ਕੁਆਂਟੀਟੇਟਿਵ ਐਪਟੀਟਿਊਡ ਦੀ ਗੱਲ ਕਰਦੇ ਆ, ਯਾਨੀ ਕਿ ਕੁਆਂਟ ਦੀ ਗੱਲ ਕਰਦੇ ਆ, ਉਹਦੇ ਵਿੱਚ ਅਸੀਂ ਐਵਰੇਜ ਦਾ ਇੱਕੋ ਹੀ ਪੋਰਸ਼ਨ ਯੂਜ਼ ਕਰਦੇ ਆ। ਉਹ ਕਿਹੜਾ ਕਰਦੇ ਆ? ਮੈਥਮੈਟੀਕਲ ਐਵਰੇਜ। ਮੈਂ ਫਿਰ ਦੱਸ ਰਿਹਾ, ਜਦੋਂ ਅਸੀਂ ਕਿਹਦੀ ਗੱਲ ਕਰਦੇ ਆ? ਕੁਆਂਟ ਦੀ। ਕੁਆਂਟ ਦੇ ਵਿੱਚ ਓਨਲੀ ਅਸੀਂ ਐਵਰੇਜ ਦਾ ਕਿਹੜਾ ਪੋਰਸ਼ਨ ਯੂਜ਼ ਕਰਦੇ ਆ? ਮੈਥਮੈਟੀਕਲ ਐਵਰੇਜ ਵਾਲਾ। ਮੈਥਮੈਟੀਕਲ ਐਵਰੇਜ ਦੇ ਵਿੱਚ ਜਿਹੜੀ ਪਹਿਲੀ ਚੀਜ਼ ਆ ਉਹ ਕਿਹੜੀ ਆ? ਅਰਥਮੈਟਿਕ ਮੀਨ। ਸੈਕੰਡ ਕਿਹੜਾ? ਜਿਓਮੈਟ੍ਰਿਕ ਮੀਨ ਤੇ ਥਰਡ ਕਿਹੜਾ? ਹਾਰਮੋਨਿਕ ਮੀਨ। ਹੁਣ ਅਰਥਮੈਟਿਕ ਮੀਨ ਇਹ ਕਿੱਥੇ ਲੱਗਦਾ? ਜਿੱਥੇ ਅਸੀਂ ਜਨਰਲ ਐਵਰੇਜ ਪਤਾ ਕਰਨੀ। ਜਿੱਥੇ ਅਸੀਂ ਕੀ ਪਤਾ ਕਰਨੀ ਹੈ? ਜਨਰਲ ਐਵਰੇਜ। ਜਿਵੇਂ ਮੈਂ ਕਹਾਂ ਕਿਸੇ ਕਲਾਸ ਦੇ ਵਿੱਚ 5 ਸਟੂਡੈਂਟ ਨੇ, ਉਹਨਾਂ ਦੇ ਸਬਜੈਕਟ ਦੇ ਵਿੱਚੋਂ ਅਲੱਗ-ਅਲੱਗ ਮਾਰਕਸ ਦਿੱਤੇ ਹੋਏ ਨੇ, ਉਹਨਾਂ ਦੀ ਐਵਰੇਜ ਪਤਾ ਕਰਨੀ ਆ, ਤਾਂ ਉੱਥੇ ਜਿਹੜਾ ਫਾਰਮੂਲਾ ਲੱਗੇਗਾ ਉਹ ਕਿਹਦਾ ਲੱਗੇਗਾ? AM ਯਾਨੀ ਕਿ ਅਰਥਮੈਟਿਕ ਮੀਨ ਦਾ ਲੱਗੇਗਾ। ਜਿਓਮੈਟ੍ਰਿਕ ਮੀਨ ਕਿੱਥੇ ਲੱਗੇਗੀ? ਜਦੋਂ ਅਸੀਂ ਕਿਹਦੀ ਐਵਰੇਜ ਪਤਾ ਕਰਨੀ ਹੈ? ਗਰੋਥ ਰੇਟ ਦੀ। ਕਿਹਦੀ ਐਵਰੇਜ ਪਤਾ ਕਰਨੀ ਹੈ? ਗਰੋਥ ਰੇਟ ਦੀ ਜਾਂ ਇੰਡੈਕਸ ਨੰਬਰ ਦੀ। ਜਿਵੇਂ ਇਕਨੋਮਿਕਸ ਦੇ ਵਿੱਚ ਗੱਲ ਕਰੀਏ, ਜਦੋਂ ਅਸੀਂ ਗਰੋਥ ਰੇਟ ਦੀ ਐਵਰੇਜ ਪਤਾ ਕਰਨੀ, ਜਿਵੇਂ ਮੈਂ ਕਹਾਂ ਵੀ ਇੰਡੀਆ ਦੀ GDP ਪਹਿਲਾਂ 5% ਸੀ, ਫਿਰ 7% ਹੋ ਗਈ, ਫਿਰ 8% ਹੋ ਗਈ, ਇਹਦੀ ਐਵਰੇਜ ਪਤਾ ਕਰੋ, ਤਾਂ ਉੱਥੇ ਸਾਡਾ ਅਰਥਮੈਟਿਕ ਮੀਨ ਦਾ ਫਾਰਮੂਲਾ ਨਹੀਂ ਲੱਗੇਗਾ। ਉੱਥੇ ਕਿਹਦਾ ਫਾਰਮੂਲਾ ਲੱਗੇਗਾ? ਜਿਓਮੈਟ੍ਰਿਕ ਮੀਨ ਦਾ ਫਾਰਮੂਲਾ ਲੱਗੇਗਾ। ਇਸ ਕਰਕੇ ਯਾਦ ਰੱਖਣਾ, ਜਿੱਥੇ ਅਸੀਂ ਗਰੋਥ ਰੇਟ ਦੀ ਐਵਰੇਜ ਪਤਾ ਕਰਨੀ ਆ ਜਾਂ ਇੰਡੈਕਸ ਨੰਬਰ ਦੀ ਐਵਰੇਜ ਪਤਾ ਕਰਨੀ ਆ, ਉੱਥੇ ਅਸੀਂ ਕਿਹਨੂੰ ਯੂਜ਼ ਕਰਦੇ ਆ? ਜਿਓਮੈਟ੍ਰਿਕ ਮੀਨ। ਤੇ ਜਿੱਥੇ ਅਸੀਂ ਸਪੀਡ ਦੀ ਐਵਰੇਜ ਪਤਾ ਕਰਨੀ, ਕਾਹਦੀ ਐਵਰੇਜ ਪਤਾ ਕਰਨੀ ਆ? ਸਪੀਡ ਦੀ ਐਵਰੇਜ ਪਤਾ ਕਰਨੀ ਆ, ਉੱਥੇ ਨਾ ਤਾਂ ਕਿਹਦਾ ਫਾਰਮੂਲਾ ਲੱਗੇਗਾ? AM ਦਾ, ਨਾ ਕਿਹਦਾ ਫਾਰਮੂਲਾ ਲੱਗੇਗਾ? GM ਦਾ। ਉੱਥੇ ਜਿਹੜਾ ਫਾਰਮੂਲਾ ਲੱਗੇਗਾ ਉਹ ਕਿਹਦਾ ਲੱਗੇਗਾ? ਹਾਰਮੋਨਿਕ ਮੀਨ ਦਾ। ਜਿਵੇਂ ਆਪਾਂ ਕਹੀਏ ਕੋਈ ਪਰਸਨ ਆ ਪਹਿਲਾਂ ਇੰਨੀ ਸਪੀਡ ਤੇ ਜਾ ਰਿਹਾ ਤੇ ਇੰਨੀ ਸਪੀਡ ਤੇ ਵਾਪਸ ਆ ਰਿਹਾ, ਤਾਂ ਉਹਦੀ ਐਵਰੇਜ ਸਪੀਡ ਪਤਾ ਕਰੋ, ਤਾਂ ਉੱਥੇ ਜਿਹੜਾ ਫਾਰਮੂਲਾ ਲੱਗੇਗਾ ਉਹ ਕਿਹਦਾ ਲੱਗੇਗਾ? ਹਾਰਮੋਨਿਕ ਮੀਨ ਦਾ। ਮੈਂ ਫੇਰ ਦੱਸ ਰਿਹਾ, ਮੈਥਮੈਟੀਕਲ ਐਵਰੇਜ ਦੇ ਕਿੰਨੇ ਪਾਰਟ ਨੇ? 3। ਇੱਕ ਕਿਹੜਾ? ਅਰਥਮੈਟਿਕ ਮੀਨ, ਇੱਕ ਕਿਹੜਾ? ਜਿਓਮੈਟ੍ਰਿਕ ਮੀਨ ਤੇ ਇੱਕ ਕਿਹੜਾ? ਹਾਰਮੋਨਿਕ ਮੀਨ। ਹੁਣ ਪਹਿਲਾਂ ਜੋ ਅਸੀਂ ਸਟਾਰਟ ਕਰਾਂਗੇ ਉਹ ਹੈ ਅਰਥਮੈਟਿਕ ਮੀਨ। ਜਿਹੜਾ ਪਹਿਲਾਂ ਅਸੀਂ ਸਟਾਰਟ ਕਰਾਂਗੇ ਉਹ ਕਿਹੜਾਗਾ? ਅਰਥਮੈਟਿਕ ਮੀਨ ਯਾਨੀ ਕਿ AM। ਅਰਥਮੈਟਿਕ ਮੀਨ ਜਿਹੜਾ ਸਾਇੰਟਿਫਿਕ ਸਾਈਨ ਆ ਉਹ ਹੈ x ਬਾਰ। ਉਹਦਾ ਫਾਰਮੂਲਾ ਕੀ ਆ? ਸਮੇਸ਼ਨ x upon n, ਯਾਨੀ ਕਿ sum of observation upon
number of observation. Arithmetic mean ਦਾ ਜਿਹੜਾ ਟੈਕਨੀਕਲ ਸਾਈਨ ਆ ਉਹ ਕੀ ਆ x ਬਾਰ, ਉਹਦਾ ਫਾਰਮੂਲਾ ਕੀ ਆ ਸਮੇਸ਼ਨ x upon n, x ਯਾਨੀ ਕਿ ਜਿਹੜੇ ਸਾਡੇ ਕੋਲ ਇੱਥੇ ਡਿਜਿਟ ਦਿੱਤੇ ਹੋਣਗੇ, ਜੋ ਵੀ ਸੀਰੀਜ਼ ਦਿੱਤੀ ਹੋਵੇਗੀ, ਸਮੇਸ਼ਨ ਦਾ ਮਤਲਬ ਹੁੰਦਾ ਉਹਦਾ ਸਮ, ਸਮੇਸ਼ਨ ਦਾ ਮਤਲਬ ਕੀ ਹੁੰਦਾ ਦਾ ਸਮ, n ਦਾ ਮਤਲਬ ਕੀ ਹੈ ਨੰਬਰ ਆਫ ਆਬਜ਼ਰਵੇਸ਼ਨ। ਜਿਵੇਂ ਸਾਡੇ ਕੋਲੇ ਕੋਈ ਦਿੱਤਾ ਹੋਇਆ 20 30 30 50 70, ਹੁਣ ਅਸੀਂ ਇਹਦੀ ਐਵਰੇਜ ਪਤਾ ਕਰਨੀ ਹੈ, ਯਾਨੀ ਕਿ ਅਰਥਮੈਟਿਕ ਮੀਨ ਪਤਾ ਕਰਨਾ। ਤਾਂ ਕਿਵੇਂ ਪਤਾ ਕਰਾਂਗੇ? ਸਾਡੇ ਕੋਲੇ ਕੀ ਲਿਖਿਆ ਵਾ ਸਮੇਸ਼ਨ x, ਯਾਨੀ ਕਿ ਇਹ ਜਿਹੜੀ ਸਾਡੇ ਕੋਲੇ ਸੀਰੀਜ਼ ਦਿੱਤੀ ਵੀ ਆ ਇਹ ਕੀ ਆ ਸਾਡੇ ਕੋਲੇ x, ਇਹਦਾ ਸਾਰੀ ਦਾ ਕੀ ਕਰਨਾ ਹੈਗਾ ਅਸੀਂ ਸਮੇਸ਼ਨ, ਸਮੇਸ਼ਨ ਮੀਨ ਜਿਹਦਾ ਸਾਰੀ ਦਾ ਕੀ ਕਰਨਾ ਹੈਗਾ ਅਸੀਂ ਸਮ ਕਰਨਾ। ਸਮ ਕਰਨ ਦੀ ਖਾਤਰ 2 ਤੇ 3 5 8 13 20, ਯਾਨੀ ਕਿ ਕਿੰਨਾ ਆ ਗਿਆ 200 अपॉन किया नंबर ऑफ ऑब्जर्वेशन। नंबर ऑफ ऑब्जर्वेशन कितनी ने 1 2 3 4 5, इनू 5 ਤੇ ਕੀ ਕਰ ਦਾਂਗੇ ਡਿਵਾਈਡ ਕਰ ਦਾਂਗੇ। ਤਾਂ 200 ਨੂੰ 5 ਤੇ ਡਿਵਾਈਡ ਕੀਤਾ ਤਾਂ ਸਾਡੇ ਕੋਲੇ ਜਿਹੜੀ ਐਵਰੇਜ ਆ ਉਹ ਕਿੰਨੀ ਆ ਗਈ 40 ਆ ਗਈ। ਸੈਕੰਡ ਮੈਥਡ ਜੋ ਇਹਨੂੰ ਕਰਦਾ ਹੈ ਉਹ ਕੀ ਆ 20 30 30 50 70। ਹੁਣ ਇਹਨੂੰ ਸੈਕੰਡ ਮੈਥਡ ਕੀ ਕਰਦਾ ਆ ਮਿਨੀਮਮ ਨੰਬਰ ਕਿੰਨਾ 20, ਮਿਨੀਮਮ ਨੰਬਰ ਕਿੰਨਾ 20 ਤੇ ਮੈਕਸਿਮਮ ਨੰਬਰ ਕਿੰਨਾ 70। ਇਹਨਾਂ ਦੇ ਵਿੱਚੋਂ ਜਿਹੜਾ ਸੈਂਟਰ ਦੇ ਵਿੱਚ ਨੰਬਰ ਆ ਉਹ ਅਸੀਂ ਕੀ ਰੱਖ ਲਾਂਗੇ ਕਾਮਨ ਕੱਢ ਲਾਂਗੇ। ਜਿਹੜਾ ਸੈਂਟਰ ਦੇ ਵਿੱਚ ਨੰਬਰ ਆ ਉਹ ਕੀ ਕੱਢ ਲਾਂਗੇ ਕਾਮਨ ਕੱਢ ਲਾਂਗੇ। ਜਿਵੇਂ ਮੰਨ ਲਓ ਸੈਂਟਰ ਦੇ ਵਿੱਚ, ਸੈਂਟਰ ਦਾ ਮੀਨ ਇੱਥੋਂ ਸੈਂਟਰ ਦੇ ਵਿੱਚ ਨਹੀਂ, ਜੋ ਇਹਨਾਂ ਦੇ ਸੈਂਟਰ ਦੇ ਵਿਚਾਲੇ, ਇਹ ਨੰਬਰਾਂ ਦੇ ਸੈਂਟਰ ਦੇ ਵਿਚਾਲੇ, ਜਿਵੇਂ ਇੱਥੇ ਮੰਨ ਲਓ ਕਿੰਨਾ 30, ਤੁਸੀਂ ਕੋਈ ਵੀ ਨੰਬਰ ਕਾਮਨ ਕੱਢ ਸਕਦੇ ਹੋ। ਜੇ 20 ਕਾਮਨ ਕੱਢਣਾ 20 ਵੀ ਕੱਢ ਸਕਦੇ ਹੋ, ਜੇ 50 ਕੱਢਣਾ 50 ਵੀ ਕੱਢ ਸਕਦੇ ਆ, ਜੇ 70 ਕੱਢਣਾ 70 ਵੀ ਕੱਢਣਾ। ਜੇ ਅਸੀਂ ਇਹਨਾਂ ਦੇ ਵਿਚਾਲ ਵਾਲਾ ਨੰਬਰ ਕਾਮਨ ਕੱਢਾਂਗੇ ਤਾਂ ਸਾਡੀ ਜਿਹੜੀ ਕੈਲਕੂਲੇਸ਼ਨ ਆ ਉਹ ਕੀ ਹੋ ਜਾਏਗੀ ਈਜ਼ੀ ਹੋ ਜਾਏਗੀ। ਜਿਹੜੀ ਸਾਡੀ ਕੈਲਕੂਲੇਸ਼ਨ ਆ ਉਹ ਕੀ ਹੋ ਜਾਏਗੀ ਈਜ਼ੀ ਹੋ ਜਾਏਗੀ। ਇੱਕ ਹੋਰ ਜਿਹੜਾ ਇਹਨਾਂ ਦੇ ਵਿੱਚ ਜੇ ਮੰਨ ਲਓ ਕੋਈ ਨੰਬਰ ਨਹੀਂ ਹੈ, ਜਿਵੇਂ ਇਹਨਾਂ ਦੇ ਵਿੱਚ 40 ਨਹੀਂ ਹੈ, 40 ਵੀ ਕੀ ਕਰ ਸਕਦੇ ਆ ਕਾਮਨ ਕੱਢ ਸਕਦੇ ਆ। 45 ਨਹੀਂ ਹੈ ਉਹ ਵੀ ਕੀ ਕਰ ਸਕਦੇ ਆ ਕਾਮਨ ਕੱਢ ਸਕਦੇ ਆ। ਪਰ ਇਹਨਾਂ ਵਿਚਲਾ ਨੰਬਰ ਕਾਮਨ ਕੱਢਣ ਦਾ ਫਾਇਦਾ ਉਹ ਹੈ ਕਿ ਉਹ ਨੰਬਰ ਅੱਗੇ ਜਾ ਕੇ ਕੀ ਬਣ ਜਾਏਗਾ 0 ਬਣ ਜਾਏਗਾ। ਉਹ ਨੰਬਰ ਅੱਗੇ ਜਾ ਕੇ ਕੀ ਬਣ ਜਾਏਗਾ 0 ਬਣ ਜਾਏਗਾ। ਹੁਣ ਮੰਨ ਲਓ ਸਾਡੇ ਕੋਲੇ ਕਾਮਨ ਕੱਢਿਆ ਕਿੰਨਾ 30, 30 ਚੋਂ 20 ਮਾਈਨਸ ਕੀਤਾ ਕਿੰਨਾ ਆ ਗਿਆ -10, 30 ਚੋਂ 30 ਮਾਈਨਸ ਕੀਤਾ ਕਿੰਨਾ ਆ ਗਿਆ 0, 30 ਚੋਂ 30 ਮਾਈਨਸ ਕੀਤਾ ਕਿੰਨਾ ਆ ਗਿਆ 0, 50 ਦੇ ਵਿੱਚੋਂ 30 ਮਾਈਨਸ ਕੀਤਾ ਕਿੰਨਾ ਆ ਗਿਆ 20 ਤੇ 70 ਦੇ ਵਿੱਚੋਂ 30 ਮਾਈਨਸ ਕੀਤਾ ਕਿੰਨਾ ਆ ਗਿਆ 40। ਇਹ ਕਿੰਨਾ ਮਾਈਨਸ 10, 20 ਤੇ 40 ਦੋਨੋਂ ਪਲੱਸ ਦੇ ਗਏ, ਕਿੰਨਾ ਬਣ ਗਿਆ 60, 60 ਪਲੱਸ ਮਾਈਨਸ 10 ਤਾਂ ਸਾਡੇ ਕੋਲ ਕਿੰਨਾ ਬਣ ਗਿਆ 60 ਦੇ ਵਿੱਚੋਂ 10 ਮਾਈਨਸ ਕੀਤੇ ਕਿੰਨਾ ਆ ਗਿਆ 50। ਹੁਣ ਇਹ ਕਿੰਨੇ ਨੰਬਰ ਨੇ 1 2 3 4 5 ਤਾਂ 50 ਨੂੰ 5 ਤੇ ਕੀ ਕਰ ਦਾਂਗੇ 5 ਤੇ ਕੀ ਕਰ ਦਾਂਗੇ ਡਿਵਾਈਡ ਕਰ ਦਾਂਗੇ, ਕਿੰਨਾ ਆ ਗਿਆ 10। ਇਹ 10 ਪਲੱਸ ਦਾ ਕਿ ਮਾਈਨਸ ਦਾ ਪਲੱਸ ਦਾ। ਜਿਹਦਾ ਪਲੱਸ ਦਾ ਹੋਇਆ ਤਾਂ ਸਾਡੇ ਕਾਮਨ ਨੰਬਰ ਦੇ ਵਿੱਚ ਉਹਨੂੰ ਕੀ ਕਰ ਦੇਣਾ ਐਡ ਕਰ ਦੇਣਾ, ਕਾਮਨ ਨੰਬਰ ਦੇ ਵਿੱਚ ਕੀ ਕਰ ਦੇਣਾ ਐਡ ਕਰ ਦੇਣਾ। ਬਟ ਜੇ ਮਾਈਨਸ ਹੁੰਦਾ ਤਾਂ ਕਾਮਨ ਨੰਬਰ ਦੇ ਵਿੱਚੋਂ ਕੀ ਕਰ ਦੇਣਾ ਮਾਈਨਸ ਕਰ ਦੇਣਾ। ਤਾਂ ਇਹ ਸਾਡੀ ਐਵਰੇਜ ਆ ਗਈ ਕਿੰਨੀ 40। ਜਿੱਥੇ ਸਾਡੇ ਕੋਲੇ ਡਿਜਿਟ ਜ਼ਿਆਦਾ ਵੱਡੇ ਹੋਣਗੇ ਉੱਥੇ ਯਾਦ ਰੱਖਣਾ ਉੱਥੇ ਕਾਮਨ ਨੰਬਰ ਦੇ ਰਾਹੀਂ ਕੀ ਪਤਾ ਕਰਨੀ ਆ ਐਵਰੇਜ ਪਤਾ ਕਰਨੀ ਆ। ਤਾਂ ਉਹ ਈਜ਼ੀ ਤਰੀਕੇ ਨਾਲ ਅਸੀਂ ਕੀ ਕਰ ਲਾਂਗੇ ਪਤਾ ਕਰ ਲਾਂਗੇ। ਜਿਵੇਂ ਅਸੀਂ 48 52 62 58 ਤੇ 70 ਦੀ ਕੀ ਪਤਾ ਕਰਨੀ ਆ ਐਵਰੇਜ ਪਤਾ ਕਰਨੀ ਆ। ਹੁਣ ਇਹਦੇ ਤੋਂ ਉਹ ਦੋਵੇਂ ਤਰੀਕੇ, ਫਸਟ ਤਰੀਕਾ ਕੀ ਆ ਵੀ ਜਿੰਨੇ ਇਹ ਡਿਜਿਟ ਨੇ ਇਹਨਾਂ ਸਾਰਿਆਂ ਨੂੰ ਕੀ ਕਰ ਲਓ ਐਡ ਕਰ ਲਓ, ਜਿੰਨੇ ਇਹਨਾਂ ਦੇ ਨੰਬਰ ਆ ਉੱਤੇ ਕੀ ਕਰ ਦੋ ਡਿਵਾਈਡ ਕਰ ਦੋ ਤਾਂ ਸਾਡੀ ਕੀ ਪਤਾ ਹੋ ਜਾਏਗੀ ਐਵਰੇਜ ਪਤਾ ਹੋ ਜਾਏਗੀ। ਪਹਿਲਾ ਤਰੀਕਾ ਕੀ ਆ ਵੀ ਜਿੰਨੇ ਇਹ ਡਿਜਿਟ ਆ ਇਹਨਾਂ ਸਾਰਿਆਂ ਨੂੰ ਕੀ ਕਰ ਲਓ ਐਡ ਕਰ ਲਓ, ਐਡ ਕਰਕੇ ਕਿੰਨਾ ਆ ਗਿਆ 290। ਇਹ ਕਿੰਨੇ ਨੰਬਰ ਨੇ 1 2 3 4 5 290 ਨੂੰ 5 ਤੇ ਕੀ ਕਰ ਦਾਂਗੇ ਆਪਾਂ ਡਿਵਾਈਡ ਕਰ ਦਾਂਗੇ, ਸਾਡੇ ਕੋਲੇ ਐਵਰੇਜ ਆ ਗਈ ਕਿੰਨੀ 58। ਦੂਸਰਾ ਤਰੀਕਾ, ਦੂਸਰਾ ਮੈਥਡ ਉਹੀ ਕਾਮਨ ਕੱਢ ਕੇ, ਸੈਕੰਡ ਮੈਥਡ ਹੁਣ ਮਿਨੀਮਮ ਨੰਬਰ ਕਿੰਨਾ 48, ਮੈਕਸਿਮਮ ਨੰਬਰ ਕਿੰਨਾ 70। ਇਹਨਾਂ ਦੇ ਸੈਂਟਰ ਦੇ ਵਿਚਾਲੇ ਜੇ ਅਸੀਂ ਨੰਬਰ ਦੇਖੀਏ ਤਾਂ ਕਿਹੜਾ ਆਂਦਾ 58। ਹੁਣ
ਜਾਂ ਤਾਂ ਮੈਂ ਪਹਿਲਾਂ ਦੱਸਿਆ ਸੀ ਵੀ ਜਾਂ ਤਾਂ ਇਹਦੇ ਵਿੱਚੋਂ ਜਿਹੜਾ ਕੋਈ ਨੰਬਰ ਤੁਹਾਨੂੰ ਲੱਗੇ ਵੀ ਇਹ ਨੰਬਰ ਸੈਂਟਰ ਦੇ ਵਿੱਚ ਆਵੇਗਾ ਉਹਨੂੰ ਕੀ ਕਰ ਲਓ, ਕਾਮਨ ਕੱਢ ਲਓ। ਜਾਂ ਇਹਦੇ ਵਿਚਲਾ ਕਾਮਨ ਜਿਵੇਂ 50 ਨਹੀਂ ਹੈ ਉਹ ਵੀ ਕੀ ਕਰ ਸਕਦੇ ਆ, ਕਾਮਨ ਕੱਢ ਸਕਦੇ ਆ। 60 ਨਹੀਂ ਹੈ ਉਹ ਵੀ ਕੀ ਕਰ ਸਕਦੇ ਆ, ਕਾਮਨ ਕੱਢ ਸਕਦੇ ਆ। ਪਰ ਇਹਦੇ ਵਿਚਲਾ ਨੰਬਰ ਕਾਮਨ ਕੱਢਣ ਦਾ ਫਾਇਦਾ ਇਹ ਹੈ ਵੀ ਉਹ ਨੰਬਰ ਅੱਗੇ ਜਾ ਕੇ ਕੀ ਬਣ ਜਾਏਗਾ, 0 ਬਣ ਜਾਏਗਾ ਤੇ ਤਾਂ ਸਾਡੀ ਕੈਲਕੂਲੇਸ਼ਨ ਹੋਰ ਵੀ ਕੀ ਹੋ ਜਾਏਗੀ, ਈਜ਼ੀ ਹੋ ਜਾਏਗੀ। ਹੁਣ 58 ਕੀ ਕਰ ਲਿਆ ਅਸੀਂ, ਕਾਮਨ ਕੱਢ ਲਿਆ। 58 40 ਦੇ ਵਿੱਚੋਂ ਮਾਈਨਸ ਕੀਤਾ ਕਿੰਨਾ ਆ ਗਿਆ, ਮਾਈਨਸ 10। ਬੋਲ ਕੇ ਚੱਲਣਾ ਸਟੂਡੈਂਟ, 58 ਦੇ ਵਿੱਚੋਂ 48 ਮਾਈਨਸ ਕੀਤਾ ਕਿੰਨਾ ਆ ਗਿਆ, ਮਾਈਨਸ 10। ਇੱਥੇ ਕਿੰਨਾ ਆ ਗਿਆ, ਮਾਈਨਸ 6, ਯਾਨੀ ਕਿ 58 ਦੇ ਵਿੱਚੋਂ 52 ਕੀ ਕੀਤਾ, ਮਾਈਨਸ ਕੀਤਾ ਕਿੰਨਾ ਆ ਗਿਆ, ਮਾਈਨਸ 6। 62 ਦੇ ਵਿੱਚੋਂ 58 ਮਾਈਨਸ ਕੀਤਾ ਕਿੰਨਾ ਆ ਗਿਆ, 4। 58 ਦੇ ਵਿੱਚੋਂ 58 ਮਾਈਨਸ ਕੀਤਾ ਕਿੰਨਾ ਆ ਗਿਆ, 0। 58 ਦੇ ਵਿੱਚੋਂ 70 ਮਾਈਨਸ ਕੀਤਾ, ਸਾਡੇ ਕੋਲ 70 ਦੇ ਵਿੱਚੋਂ ਯਾਨੀ ਕਿ 58 ਮਾਈਨਸ ਕੀਤਾ ਕਿੰਨਾ ਆ ਗਿਆ, 12। ਇਹ ਵੀ ਕਾਹਦਾ, ਮਾਈਨਸ ਦਾ, ਇਹ ਵੀ ਕਾਹਦਾ, ਮਾਈਨਸ ਦਾ। ਮਾਈਨਸ ਮਾਈਨਸ ਕੀ ਹੁੰਦਾ, ਪਲੱਸ, ਬਟ ਸਾਈਨ ਕਾਹਦਾ ਆਏਗਾ, ਮਾਈਨਸ ਦਾ। 4 ਤੇ 12 ਕਿੰਨਾ ਆ ਗਿਆ, 16। ਇਹ ਕਾਹਦਾ, ਪਲੱਸ ਦਾ। ਇਹ ਕਾਹਦੇ ਮਾਈਨਸ 16 ਨੇ, ਮਾਈਨਸ ਦੇ। ਆ ਕਾਹਦੇ 16 ਨੇ, ਪਲੱਸ ਦੇ। ਤਾਂ ਪਲੱਸ ਮਾਈਨਸ ਆਪਸ ਵਿੱਚ ਕੀ ਹੋ ਜਾਏਗਾ, ਕੱਟ ਜਾਏਗਾ। ਕਿੰਨਾ ਬਚ ਗਿਆ, 0। ਜਿਹੜਾ ਨੰਬਰ ਇੱਧਰ ਬਚਦਾ ਉਹਨੂੰ ਇੱਧਰ ਜਾਨੀ ਕਿ ਜਿੰਨੇ ਵੀ ਨੰਬਰ ਹੁੰਦੇ ਆ ਉੱਤੇ ਡਿਵਾਈਡ ਕਰਕੇ ਸਾਡੇ ਕੋਲ ਕੀ ਕਰਦੇ, ਉਧਰ ਐਡ ਕਰਦੇ ਜਾਂ ਮਾਈਨਸ ਕਰਦੇ ਆ। ਹੁਣ ਤਾਂ ਕੋਈ ਨੰਬਰ ਬਚਿਆ ਹੀ ਨਹੀਂ, ਤਾਂ ਸਾਡੇ ਕੋਲੇ ਐਵਰੇਜ ਕਿੰਨੀ ਆ ਗਈ, 58। ਮੈਂ ਫਿਰ ਦੱਸ ਰਿਹਾ, ਸਾਡੇ ਕੋਲੇ ਅਰਥਮੈਟਿਕ ਮੀਨ ਪਤਾ ਕਰਨ ਦੇ ਕਿੰਨੇ ਮੈਥਡ ਦੱਸੇ ਨੇ ਮੈਨੇ, 2। ਇੱਕ ਤਾਂ ਕੀ ਹੈ, ਸਾਰੇ ਨੰਬਰ ਨੂੰ ਕੀ ਕਰ ਲੋ, ਐਡ ਕਰ ਲੋ। ਜਿੰਨੀ ਇਹਨਾਂ ਦੀ ਗਿਣਤੀ ਆ ਉਹ ਤੇ ਕੀ ਕਰ ਦੋ, ਡਿਵਾਈਡ ਕਰ ਦੋ। ਤੇ ਸੈਕੰਡ ਮੈਥਡ ਕੀ ਦੱਸਿਆ ਸੀ, ਇਹਨਾਂ ਦੇ ਵਿੱਚੋਂ ਕੀ ਕੱਢ ਕੇ ਕਾਮਨ ਕੱਢ ਕੇ। ਹੁਣ ਜਿਵੇਂ ਸਾਡੇ ਕੋਲੇ ਇੱਕ ਦਿੱਤਾ ਹੋਇਆ 15 60 15 100 14 20 16 20 15 20। ਹੁਣ ਅਸੀਂ ਇਹਦੀ ਐਵਰੇਜ ਪਤਾ ਕਰਨੀ ਆ। ਇੱਕ ਤਰੀਕਾ ਤਾਂ ਉਹੀ ਆ ਵੀ ਇਹਨਾਂ ਸਾਰਿਆਂ ਨੂੰ ਕੀ ਕਰ ਲੋ, ਐਡ ਕਰ ਲੋ। ਜਿੰਨੇ ਇਹਨਾਂ ਦੇ ਨੰਬਰ ਆ ਉੱਤੇ ਕੀ ਕਰ ਦੋ, ਡਿਵਾਈਡ ਕਰ ਦੋ। ਪਰ ਜੇ ਹੁਣ ਅਸੀਂ ਇਹਨੂੰ ਐਡ ਕਰਾਂਗੇ ਤਾਂ ਸਟੂਡੈਂਟਸ ਟਾਈਮ ਕੀ ਲੱਗੇਗਾ, ਜ਼ਿਆਦਾ। ਤਾਂ ਹੁਣ ਇੱਥੇ ਅਸੀਂ ਕਿਹੜਾ ਮੈਥਡ ਯੂਜ਼ ਕਰਾਂਗੇ, ਕਾਮਨ ਕੱਢ ਕੇ। ਕਿਹੜਾ ਮੈਥਡ ਯੂਜ਼ ਕਰਾਂਗੇ, ਕਾਮਨ ਕੱਢ ਕੇ। ਇਹਨਾਂ ਵਿੱਚੋਂ ਕੋਈ ਵੀ ਨੰਬਰ ਕੀ ਕਰ ਲੋ, ਕਾਮਨ ਕੱਢ ਲੋ। ਜਿਵੇਂ ਇਹਦੇ ਵਿੱਚ 1600 ਨਹੀਂ ਹੈਗਾ ਉਹ ਵੀ ਕੀ ਕਰ ਸਕਦੇ ਆ, ਕਾਮਨ ਕੱਢ ਸਕਦੇ ਆ। ਇਹਦੇ ਵਿੱਚ 1550 ਨਹੀਂ ਹੈਗਾ ਉਹ ਵੀ ਕੀ ਕਰ ਸਕਦੇ ਆ, ਕਾਮਨ ਕੱਢ ਸਕਦੇ ਆ। ਬਟ ਮੈਨੇ ਤੁਹਾਨੂੰ ਦੱਸਿਆ ਸੀ ਵੀ ਜੇ ਇਹਦੇ ਵਿਚਲਾ ਨੰਬਰ ਅਸੀਂ ਕੋਈ ਕਾਮਨ ਕੱਢਦੇ ਹਾਂ ਤਾਂ ਉਹ ਅੱਗੇ ਜਾ ਕੇ ਕੀ ਬਣ ਜਾਂਦਾ, 0। ਤਾਂ ਸਾਡੀ ਕੈਲਕੂਲੇਸ਼ਨ ਹੋਰ ਵੀ ਕੀ ਹੋ ਜਾਂਦੀ ਆ, ਈਜ਼ੀ ਹੋ ਜਾਂਦੀ ਆ। ਅਸੀਂ 1500 ਕੀ ਕੱਢਾਂਗੇ, ਕਾਮਨ। ਹੁਣ 1560 ਦੇ ਵਿੱਚੋਂ 1500 ਕੀ ਕਰਨਾ, ਮਾਈਨਸ ਕਰਨਾ। ਕਿੰਨਾ ਬਚ ਗਿਆ, 60। ਮੈਂ ਫਿਰ ਦੱਸ ਰਿਹਾ, 1560 ਦੇ ਵਿੱਚੋਂ 1500 ਕੀ ਕਰਨਾ, ਮਾਈਨਸ ਕਰਨਾ। ਕਿੰਨਾ ਬਚ ਗਿਆ, 60। 1500 ਦੇ ਵਿੱਚੋਂ 1500 ਮਾਈਨਸ ਕੀਤਾ ਕਿੰਨਾ ਆ ਗਿਆ, 0। 1420 ਦੇ ਵਿੱਚੋਂ 1500 ਮਾਈਨਸ ਕੀਤਾ ਕਿੰਨਾ ਆ ਗਿਆ, ਮਾਈਨਸ 80। 1620 ਦੇ ਵਿੱਚੋਂ 1500 ਮਾਈਨਸ ਕੀਤਾ ਕਿੰਨਾ ਆ ਗਿਆ, 120। ਤੇ 1520 ਦੇ ਵਿੱਚੋਂ 1500 ਮਾਈਨਸ ਕੀਤਾ ਕਿੰਨਾ ਆ ਗਿਆ, 20। ਆ 60 ਕਾਦੇ ਨੇ, ਪਲੱਸ ਦੇ। ਆ 20 ਵੀ ਕਾਦੇ ਨੇ, ਪਲੱਸ ਦੇ। ਆ 60 ਕਾਦੇ ਨੇ, ਪਲੱਸ ਦੇ। ਆ 20 ਵੀ ਕਾਦੇ ਨੇ, ਪਲੱਸ ਦੇ। ਤਾਂ 60 ਤੇ 20 ਦੋਨਾਂ ਨੂੰ ਐਡ ਕੀਤਾ ਕਿੰਨਾ ਆ ਗਿਆ, 80। ਤਾਂ ਇਹ 80 ਕਾਦਾ ਬਣ ਗਿਆ, ਪਲੱਸ ਦਾ। ਆ 80 ਕਾਦਾ ਬਣ ਗਿਆ, ਮਾਈਨਸ ਦਾ। ਇਹ ਦੋਨੋਂ ਆਪਸ ਵਿੱਚ ਕੀ ਹੋ ਜਾਣਗੇ, ਕੱਟ ਜਾਣਗੇ। ਮੈਂ ਫਿਰ ਦੱਸ ਰਿਹਾ, ਆ 60 ਕਾਦਾ, ਪਲੱਸ ਦਾ। ਆ 20 ਵੀ ਕਾਦਾ, ਪਲੱਸ ਦਾ। ਤੇ 60 ਤੇ 20 ਦੋਨੋਂ ਕਿੰਨੇ ਬਣ ਗਏ, 80। ਇਹ 80 ਕਾਦਾ, ਪਲੱਸ ਦਾ। ਇਹ 80 ਕਾਦਾ, ਮਾਈਨਸ ਦਾ। ਆਪਸ ਵਿੱਚ ਕੱਟ ਗਿਆ ਤੇ ਸਾਡੇ ਕੋਲ ਕਿੰਨਾ ਬਚ ਗਿਆ, 120। ਹੁਣ ਇਹ 120 ਕਿੰਨੇ ਨੰਬਰ ਨੇ, 1 2 3 4 5। 120 ਨੂੰ 5 ਤੇ ਕੀ ਕਰ ਦਾਂਗੇ, ਡਿਵਾਈਡ ਕਰ ਦਾਂਗੇ। ਕਿੰਨਾ ਆ ਗਿਆ, 24। ਇਹ 24 ਪਲੱਸ ਦਾ ਕਿ ਮਾਈਨਸ ਦਾ, ਪਲੱਸ ਦਾ। ਜੇ ਪਲੱਸ ਦਾ ਹੋਇਆ ਤਾਂ ਕਾਮਨ ਦੇ ਵਿੱਚ ਕੀ ਕਰਨਾ, ਐਡ। ਜੇ ਮਾਈਨਸ ਦਾ ਹੋਇਆ ਤਾਂ ਕਾਮਨ ਦੇ ਵਿੱਚੋਂ ਕੀ ਕਰਨਾ, ਮਾਈਨਸ ਕਰਨਾ। ਇਹ ਪਲੱਸ ਦਾ ਸੀ, ਐਡ ਕਰਤਾ ਕਿੰਨਾ ਆ ਗਿਆ, 1524। ਇਹ ਸਾਡੀ ਕੀ ਆ ਗਈ, ਐਵਰੇਜ ਆ ਗਈ। ਯਾਦ ਰੱਖਣਾ, ਜਿੱਥੇ ਸਾਡੇ ਕੋਲੇ ਜ਼ਿਆਦਾ ਵੱਡੇ ਡਿਜਿਟ ਹੋਣਗੇ ਉੱਥੇ ਜਿਹੜੀ ਅਸੀਂ ਐਵਰੇਜ ਪਤਾ ਕਰਨੀ ਆ ਤਾਂ ਉਹ ਕਿਵੇਂ ਪਤਾ ਕਰਨੀ ਆ, ਕਾਮਨ ਕੱਢ ਕੇ। ਹੁਣ ਅੱਗੇ
जिवें मान लो ये लिखा हुआ 2 4 6 8 10 12 14 ਹੁਣ ਅਸੀਂ ਇਹਨਾਂ ਦੀ ਐਵਰੇਜ ਪਤਾ ਕਰਨੀ ਹੈ। ਇਹਨਾਂ ਦੇ ਵਿੱਚ ਡਿਫਰੈਂਸ ਚੈੱਕ ਕਰੋ। ਇੱਥੇ ਵੀ ਕਿੰਨੇ ਦਾ ਡਿਫਰੈਂਸ ਆ 2 ਦਾ, ਇੱਥੇ ਵੀ ਕਿੰਨੇ ਦਾ ਡਿਫਰੈਂਸ ਆ 2 ਦਾ, ਇੱਥੇ ਵੀ ਕਿੰਨੇ ਦਾ ਡਿਫਰੈਂਸ ਆ 2 ਦਾ, ਇੱਥੇ ਵੀ ਕਿੰਨੇ ਦਾ 2 ਦਾ, ਇੱਥੇ ਵੀ 2 ਦਾ ਤੇ ਇੱਥੇ ਵੀ 2 ਦਾ। ਜਾਣੀ ਕਿ ਡਿਫਰੈਂਸ ਸਾਡੇ ਕੋਲੇ ਕੀ ਆ ਸੇਮ। ਹੁਣ ਜਦੋਂ ਸਾਡੇ ਕੋਲੇ ਸੇਮ ਡਿਫਰੈਂਸ ਹੋਵੇ ਉੱਥੇ ਅਸੀਂ ਐਵਰੇਜ ਕਿਵੇਂ ਪਤਾ ਕਰਨੀ ਹੈ। ਦੇਖੋ ਪਹਿਲਾ ਤਰੀਕਾ ਤਾਂ ਹੈਗਾ ਵੀ ਇਹਨਾਂ ਸਾਰਿਆਂ ਨੂੰ ਕੀ ਕਰ ਦੋ ਐਡ ਕਰ ਦੋ, ਜਿੰਨੇ ਇਹਨਾਂ ਦੇ ਨੰਬਰ ਆ ਉਹ ਤੇ ਕੀ ਕਰ ਦੋ ਡਿਵਾਈਡ ਕਰ ਦੋ। ਤੇ ਸੈਕੰਡ ਮੈਥਡ ਉਹ ਵੀ ਹੈਗਾ ਵੀ ਇਹਨੂੰ ਕੀ ਕੱਢ ਕੇ ਕਾਮਨ ਕੱਢ ਕੇ ਵੀ ਇਹਦੀ ਕੀ ਪਤਾ ਕਰ ਸਕਦੇ ਹਾਂ ਅਸੀਂ ਐਵਰੇਜ ਪਤਾ ਕਰ ਸਕਦੇ ਹਾਂ। ਪਰ ਯਾਦ ਰੱਖਣਾ ਜਦੋਂ ਸੇਮ ਡਿਫਰੈਂਸ ਹੋਇਆ ਉਦੋਂ ਐਵਰੇਜ ਕਿਵੇਂ ਪਤਾ ਕਰਨੀ ਹੈ। ਬੜਾ ਈਜ਼ੀ ਤਰੀਕਾ, ਜਦੋਂ ਸੇਮ ਡਿਫਰੈਂਸ ਹੋਇਆ ਫਸਟ ਡਿਜਿਟ ਤੇ ਲਾਸਟ ਡਿਜਿਟ ਉਹਨਾਂ ਦੋਨਾਂ ਨੂੰ ਕੀ ਕਰਨਾ ਐਡ ਕਰਨਾ। ਆਲਵੇਜ਼ ਮੈਂ ਦੱਸ ਰਿਹਾ ਫਿਰ ਆਲਵੇਜ਼ 2 ਤੇ ਕੀ ਕਰਨਾ ਹੈਗਾ ਡਿਵਾਈਡ ਕਰਨਾ। 14 plus 2 ਕਿੰਨਾ ਬਣ ਗਿਆ 16 upon 2 ਯਾਨੀ ਕਿ ਕਿੰਨਾ ਆ ਗਿਆ 8। ਯਾਦ ਰੱਖਿਓ ਜਦੋਂ ਸਾਡੇ ਕੋਲੇ ਕੀ ਹੋਵੇ ਸੇਮ ਡਿਫਰੈਂਸ ਹੋਵੇ ਉਦੋਂ ਐਵਰੇਜ ਅਸੀਂ ਕਿਵੇਂ ਪਤਾ ਕਰਨੀ ਆ ਫਸਟ ਡਿਜਿਟ ਤੇ ਲਾਸਟ ਡਿਜਿਟ। ਫਸਟ ਡਿਜਿਟ ਕਿੰਨਾ ਸੀ 2, ਲਾਸਟ ਡਿਜਿਟ ਕਿੰਨਾ ਸੀ 14। ਉਹਨਾਂ ਦੋਨਾਂ ਨੂੰ ਕੀ ਕਰਨਾ ਐਡ ਕਰਨਾ ਤੇ ਆਲਵੇਜ਼ 2 ਤੇ ਕੀ ਕਰਨਾ ਡਿਵਾਈਡ ਕਰਨਾ। ਤਾਂ ਸਾਡੀ ਐਵਰੇਜ ਕਿੰਨੀ ਆ ਗਈ 8 ਆ ਗਈ। ਇੱਕ ਤਰੀਕਾ ਹੋਰ ਹੈ, ਇੱਕ ਮੈਥਡ ਹੋਰ ਹੈ। ਜਦੋਂ ਸਾਡੇ ਕੋਲੇ ਸੇਮ ਡਿਫਰੈਂਸ ਹੋਵੇ, ਇਹ ਵੀ ਯਾਦ ਰੱਖਣਾ ਸਟੂਡੈਂਟ, ਜਦੋਂ ਸਾਡੇ ਕੋਲੇ ਕੀ ਹੋਵੇ ਸੇਮ ਡਿਫਰੈਂਸ ਹੋਵੇ ਉਦੋਂ ਸਾਡੀ ਐਵਰੇਜ ਆਲਵੇਜ਼ ਕਿੱਥੇ ਲਾਈ ਕਰਦੀ ਆ ਸੈਂਟਰ ਦੇ ਵਿੱਚ ਲਾਈ ਕਰਦੀ ਆ। ਕਿੱਥੇ ਲਾਈ ਕਰਦੀ ਆ ਸੈਂਟਰ ਦੇ ਵਿੱਚ ਲਾਈ ਕਰਦੀ ਆ। ਮੈਂ ਫੇਰ ਦੱਸ ਰਿਹਾ ਜਦੋਂ ਸਾਡੇ ਕੋਲੇ ਕਿਹੜਾ ਡਿਫਰੈਂਸ ਹੋਵੇ ਸੇਮ ਡਿਫਰੈਂਸ ਹੋਵੇ ਉਦੋਂ ਸਾਡੀ ਐਵਰੇਜ ਕਿੱਥੇ ਲਾਈ ਕਰਦੀ ਆ ਸੈਂਟਰ ਦੇ ਵਿੱਚ ਲਾਈ ਕਰਦੀ ਆ। ਹੁਣ ਇੱਥੇ ਸੈਂਟਰ ਕਿੱਥੇ ਬਣੇਗਾ ਆ ਕਿੰਨੇ ਡਿਜਿਟ ਛੱਡ ਤੇ 3 ਇੱਥੇ ਵੀ ਕਿੰਨੇ ਡਿਜਿਟ ਛੱਡ ਤੇ 3 ਤਾਂ ਸਾਡਾ ਸੈਂਟਰ ਕਿੰਨਾ ਬਣ ਗਿਆ 8। ਤਾਂ ਸਾਡਾ ਸੈਂਟਰ ਕਿੰਨਾ ਬਣ ਗਿਆ 8। ਇਸ ਕਰਕੇ ਯਾਦ ਰੱਖਣਾ ਜਦੋਂ ਸਾਡੇ ਕੋਲੇ ਸੇਮ ਡਿਫਰੈਂਸ ਹੋਵੇ ਤਾਂ ਅਸੀਂ ਐਵਰੇਜ ਕਿਵੇਂ ਪਤਾ ਕਰਦੇ ਆ। ਇੱਕ ਮੈਥਡ ਤਾਂ ਕੀ ਆ ਫਸਟ ਡਿਜਿਟ ਤੇ ਲਾਸਟ ਡਿਜਿਟ ਦੋਨਾਂ ਨੂੰ ਕੀ ਕਰ ਦੋ ਐਡ ਕਰ ਦੋ ਤੇ ਆਲਵੇਜ਼ 2 ਤੇ ਕੀ ਕਰ ਦੋ ਡਿਵਾਈਡ ਕਰ ਦੋ। ਤੇ ਇੱਕ ਜਦੋਂ ਸਾਡੇ ਕੋਲੇ ਸੇਮ ਡਿਫਰੈਂਸ ਹੁੰਦਾ ਸਾਡੀ ਐਵਰੇਜ ਕਿੱਥੇ ਲਾਈ ਕਰਦੀ ਆ ਸੈਂਟਰ ਦੇ ਵਿੱਚ ਲਾਈ ਕਰਦੀ ਆ। ਜਿਵੇਂ 3 6 9 12 15 18। ਹੁਣ ਅਸੀਂ ਇੱਥੇ ਵੀ ਸਾਡੇ ਕੋਲੇ ਸੇਮ ਡਿਫਰੈਂਸ ਆ 3 3 ਦਾ। ਸਾਡੇ ਕੋਲੇ ਕਿਹੜਾ ਡਿਫਰੈਂਸ ਆ ਸੇਮ ਡਿਫਰੈਂਸ ਆ ਕਿੰਨੇ ਦਾ 3 3 ਦਾ। ਹੁਣ ਇੱਥੇ ਜੇ ਅਸੀਂ ਐਵਰੇਜ ਪਤਾ ਕਰਨੀ ਆ ਉਹੀ ਤਰੀਕਾ। ਇੱਕ ਪਹਿਲਾ ਮੈਥਡ ਕਿਹੜਾ ਫਸਟ ਡਿਜਿਟ ਤੇ ਲਾਸਟ ਡਿਜਿਟ ਦੋਨਾਂ ਨੂੰ ਕੀ ਕਰਨਾ ਐਡ ਕਰਨਾ ਤੇ ਆਲਵੇਜ਼ ਕਿੰਨੇ ਤੇ ਡਿਵਾਈਡ ਕਰਨਾ 2 ਤੇ। ਯਾਦ ਰੱਖਣਾ ਕਿਉਂਕਿ ਕਿੰਨੇ ਡਿਜਿਟ ਨੇ 2 ਤਾਂ ਕਿੰਨੇ ਤੇ ਡਿਵਾਈਡ ਕਰਨਾ 2 ਤੇ। 18 plus 3 ਕਿੰਨਾ ਬਣ ਗਿਆ 21 upon 2 ਕੱਟ ਕੇ ਕਿੰਨਾ ਆ ਗਿਆ 10.5 ਕੱਟ ਕੇ ਕਿੰਨਾ ਆ ਗਿਆ 10.5 ਤਾਂ ਸਾਡੀ ਐਵਰੇਜ ਕਿੰਨੀ ਆ ਗਈ 10.5। ਤੇ ਸੈਕੰਡ ਤਰੀਕਾ ਮੈਨੇ ਤੁਹਾਨੂੰ ਕੀ ਦੱਸਿਆ ਸੀ ਸੈਕੰਡ ਮੈਥਡ ਕੀ ਦੱਸਿਆ ਸੀ ਵੀ ਜਦੋਂ ਸੇਮ ਡਿਫਰੈਂਸ ਹੋਵੇ ਤਾਂ ਐਵਰੇਜ ਕਿੱਥੇ ਲਾਈ ਕਰਦੀ ਆ ਸੈਂਟਰ ਦੇ ਵਿੱਚ ਲਾਈ ਕਰਦੀ ਆ। ਇੱਥੇ ਸੈਂਟਰ ਬਣਾਓ ਕਿੱਥੇ ਬਣੇਗਾ ਆ ਕਿੰਨੇ ਡਿਜਿਟ ਛੱਡ ਤੇ 2 ਆ ਵੀ ਕਿੰਨੇ ਡਿਜਿਟ ਛੱਡ ਤੇ 2 ਤਾਂ ਸਾਡੇ ਕੋਲੇ ਕਿੰਨੇ ਡਿਜਿਟ ਬਚੇ ਨੇ 2। ਇੱਕ ਕਿੰਨਾ 9 ਤੇ ਇੱਕ ਕਿੰਨਾ 12। ਹੁਣ ਸਾਡੀ ਐਵਰੇਜ ਨਾ ਤਾਂ 9 ਹੋ ਸਕਦੀ ਆ ਨਾ ਤਾਂ ਕੀ ਹੋ ਸਕਦੀ ਆ 9 ਕਿਉਂਕਿ ਇੱਧਰ ਕਿੰਨੇ ਡਿਜਿਟ ਬਚਦੇ ਨੇ 2 ਇੱਧਰ ਕਿੰਨੇ ਬਚਦੇ ਨੇ 3 ਇੱਧਰ ਕਿੰਨੇ ਡਿਜਿਟ ਬਚਦੇ ਨੇ 2 ਇੱਧਰ ਕਿੰਨੇ ਬਚਦੇ ਨੇ 3 ਤਾਂ ਸਾਡੇ ਕੋਲੇ ਕੀ ਨਹੀਂ ਬਣ ਰਿਹਾ ਸੈਂਟਰ ਨਹੀਂ ਬਣ ਰਿਹਾ। ਤੇ ਨਾ ਹੀ ਸਾਡੀ ਐਵਰੇਜ ਕੀ ਹੋ ਸਕਦੀ ਆ 12 ਹੋ ਸਕਦੀ ਨਾ ਹੀ ਸਾਡੀ ਐਵਰੇਜ ਕੀ ਹੋ ਸਕਦੀ ਆ 12 ਹੋ ਸਕਦੀ ਆ ਕਿਉਂਕਿ ਇੱਧਰ ਕਿੰਨੇ ਨੰਬਰ ਬਚਦੇ ਨੇ 3 ਇੱਧਰ ਕਿੰਨੇ ਨੰਬਰ ਬਚਦੇ ਨੇ 3 ਤੇ ਇੱਧਰ ਕਿੰਨੇ ਨੰਬਰ ਬਚਦੇ ਨੇ 2 ਇੱਧਰ ਕਿੰਨੇ ਨੰਬਰ ਬਚਦੇ ਨੇ 3 ਇੱਧਰ ਕਿੰਨੇ ਨੰਬਰ ਬਚਦੇ ਨੇ 2 ਤਾਂ ਇੱਥੇ ਨਾ ਸਾਡੀ ਐਵਰੇਜ ਕੀ ਹੋ ਸਕਦਾ 12 ਹੋ ਸਕਦਾ। ਇਸ ਕਰਕੇ ਆ ਕਿੰਨੇ ਨੰਬਰ ਨੇ 2 ਇੱਧਰ ਵੀ ਕਿੰਨੇ ਬਚ ਗਏ 2 ਤਾਂ ਸੈਂਟਰ 'ਚ ਕਿੰਨੇ ਨੰਬਰ ਬਚੇ ਨੇ 2। ਹੁਣ ਜਿਹੜੀ ਸਾਡੀ ਐਵਰੇਜ ਆ ਉਹ 9 ਤੇ 12 ਦੇ ਵਿਚਾਲੇ ਕਿਹਦੇ ਵਿਚਾਲੇ 9 ਤੇ 12 ਦੇ ਵਿਚਾਲੇ ਕੀ ਕਰਦੀ ਆ ਲਾਈ ਕਰਦੀ ਆ। ਸਾਡੀ ਐਵਰੇਜ ਕਿੱਥੇ ਲਾਈ ਕਰਦੀ ਆ 9 ਤੇ 12 ਦੇ ਵਿਚਾਲੇ ਲਾਈ ਕਰਦੀ ਆ। ਅਸੀਂ 9 ਤੇ 12 ਦੋਨਾਂ ਨੂੰ ਕੀ ਕਰਾਂਗੇ ਐਡ ਕਰਾਂਗੇ ਤੇ 2 ਤੇ ਕੀ ਕਰਾਂਗੇ ਡਿਵਾਈਡ ਕਰਾਂਗੇ। 21 upon 2 ਕਿੰਨਾ ਆ ਗਿਆ 10.5।
ਤਾਂ ਇਸ ਕਰਕੇ ਸਟੂਡੈਂਟਸ ਯਾਦ ਰੱਖਣਾ ਜਦੋਂ ਸਾਡੇ ਕੋਲੇ ਸੇਮ ਡਿਫਰੈਂਸ ਹੋਇਆ ਤਾਂ ਐਵਰੇਜ ਕਿੱਥੇ ਲਾਈ ਕਰਦੀ ਆ ਸੈਂਟਰ ਦੇ ਵਿੱਚ ਲਾਈ ਕਰਦੀ ਆ ਤੇ ਇੱਕ ਮੈਥਡ ਕਿਹੜਾ ਦੱਸਿਆ ਸੀ ਫਸਟ ਡਿਜਿਟ ਤੇ ਲਾਸਟ ਡਿਜਿਟ ਦੋਨਾਂ ਨੂੰ ਕੀ ਕਰ ਦੋ ਐਡ ਕਰ ਦੋ ਤੇ 2 ਤੇ ਕੀ ਕਰ ਦੋ ਡਿਵਾਈਡ ਕਰ ਦੋ ਜਿਵੇਂ ਸਾਡੇ ਕੋਲ ਇੱਕ ਸਟੇਟਮੈਂਟ ਹੈ find the average find the average of the first 40 natural number statement है find the average of the first 40 natural number ਪਹਿਲਾਂ ਤਾਂ ਸਟੂਡੈਂਟ ਯਾਦ ਰੱਖਣਾ ਨੈਚੁਰਲ ਨੰਬਰ ਇੱਕ ਹੁੰਦੇ ਆ ਸਾਡੇ ਕੋਲੇ ਨੈਚੁਰਲ ਨੰਬਰ ਤੇ ਇੱਕ ਹੁੰਦੇ ਆ ਸਾਡੇ ਕੋਲੇ ਹੋਲ ਨੰਬਰ ਮੈਂ ਫਿਰ ਦੱਸਿਆ ਕਿਹੜੇ ਨੰਬਰ ਨੈਚੁਰਲ ਨੰਬਰ ਤੇ ਕਿਹੜੇ ਹੁੰਦੇ ਆ ਹੋਲ ਨੰਬਰ ਨੈਚੁਰਲ ਨੰਬਰ ਆਲਵੇਜ਼ ਕਿੰਨੇ ਤੋਂ ਸਟਾਰਟ ਹੁੰਦਾ 1 ਤੋਂ ਨੈਚੁਰਲ ਨੰਬਰ ਕਿੰਨੇ ਤੋਂ ਸਟਾਰਟ ਹੁੰਦਾ 1 ਤੋਂ ਤੇ ਹੋਲ ਨੰਬਰ ਕਿੰਨੇ ਤੋਂ ਸਟਾਰਟ ਹੁੰਦਾ 0 ਤੋਂ ਜਿਹੜਾ ਨੈਚੁਰਲ ਨੰਬਰ ਉਹ ਕਿੰਨੇ ਤੋਂ ਸਟਾਰਟ ਹੁੰਦਾ 1 ਤੋਂ ਤੇ ਹੋਲ ਨੰਬਰ ਕਿੰਨੇ ਤੋਂ ਸਟਾਰਟ ਹੁੰਦਾ 0 ਤੋਂ ਹੁਣ ਅਸੀਂ ਕਿਹੜੇ ਨੰਬਰਾਂ ਦੀ ਐਵਰੇਜ ਪਤਾ ਕਰਨੀ ਹੈ ਨੈਚੁਰਲ ਨੰਬਰ ਕਿੰਨੇ ਫਸਟ 40 ਕਿੰਨੇ ਫਸਟ 40 ਤਾਂ ਫਸਟ 40 1 2 3 4 5 6 ਐ ਕਰਦੇ ਕਰਦੇ ਕਿੱਥੋਂ ਤੱਕ ਜਾਵਾਂਗੇ 40 ਤੱਕ ਹੁਣ ਇਹਨਾਂ ਦੇ ਵਿਚਾਲੇ ਡਿਫਰੈਂਸ ਚੈੱਕ ਕਰੋ ਕੀ ਆ ਸੇਮ ਇਹਨਾਂ ਦੇ ਵਿਚਾਲੇ ਡਿਫਰੈਂਸ ਚੈੱਕ ਕਰੋ ਕੀ ਆ ਸੇਮ ਜਦੋਂ ਸੇਮ ਡਿਫਰੈਂਸ ਹੋਵੇ ਤਾਂ ਐਵਰੇਜ ਕਿਵੇਂ ਪਤਾ ਕਰਦੇ ਆ ਫਸਟ ਨੰਬਰ ਤੇ ਲਾਸਟ ਨੰਬਰ ਫਸਟ ਨੰਬਰ ਤੇ ਲਾਸਟ ਨੰਬਰ ਦੋਨਾਂ ਨੂੰ ਕੀ ਕਰਦੇ ਆ ਐਡ ਕਰਦੇ ਆ ਤੇ 2 ਤੇ ਕੀ ਕਰਦੇ ਆ ਡਿਵਾਈਡ ਕਰਦੇ ਆ 40 plus 1 ਕਿੰਨਾ ਬਣ ਗਿਆ 41 upon 2 ਕੱਟ ਕੇ ਕਿੰਨਾ ਆ ਗਿਆ 20.5 ਮੈਂ ਫੇਰ ਦੱਸ ਰਿਹਾ ਹੁਣ ਅਸੀਂ ਪਹਿਲੇ 40 ਨੈਚੁਰਲ ਨੰਬਰ ਦੀ ਕੀ ਪਤਾ ਕਰਨੀ ਸੀ ਐਵਰੇਜ ਨੈਚੁਰਲ ਨੰਬਰ ਕਿੱਥੋਂ ਸਟਾਰਟ ਹੁੰਦੇ ਆ 1 ਤੋਂ ਕਿੰਨੇ ਕਰਨੇ ਸੀ ਪਹਿਲੇ 40 ਯਾਨੀ ਕਿ ਕੀ ਲਿਖਿਆ 1 2 3 4 5 ਕਿੱਥੋਂ ਤੱਕ 40 ਤੱਕ ਇਹਨਾਂ ਦੇ ਵਿੱਚ ਡਿਫਰੈਂਸ ਕੀ ਆ ਸੇਮ ਡਿਫਰੈਂਸ ਕੀ ਆ ਸੇਮ ਜਦੋਂ ਸੇਮ ਡਿਫਰੈਂਸ ਹੁੰਦਾ ਫਸਟ ਡਿਜਿਟ ਤੇ ਲਾਸਟ ਡਿਜਿਟ ਦੋਨਾਂ ਨੂੰ ਕੀ ਕਰਦੇ ਆ ਐਡ ਕਰਦੇ ਆ ਤੇ 2 ਤੇ ਕੀ ਕਰਦੇ ਆ ਡਿਵਾਈਡ ਕਰਦੇ ਆ ਤਾਂ ਐਵਰੇਜ ਆ ਗਈ ਕਿੰਨੀ 20.5 ਇੱਕ ਸਮ ਹੋਰ ਕਰਦੇ ਆ find the average of the first 20 multiple of 7 ਅਸੀਂ ਐਵਰੇਜ ਪਤਾ ਕਰਨੀ ਹੈ ਕਿਹਦੀ ਮੇਰੇ ਨਾਲ ਬੋਲ ਕਿਤਨਾ find the average of the first 20 multiple of 7 ਜਾਨੀ ਕਿ 7 ਦੇ ਪਹਿਲੇ ਕਿੰਨੇ ਮਲਟੀਪਲ 20 7 ਦੇ ਪਹਿਲੇ ਕਿੰਨੇ ਮਲਟੀਪਲ 20 ਉਹਨਾਂ ਦੀ ਕੀ ਪਤਾ ਕਰਨੀ ਆ ਐਵਰੇਜ ਤਾਂ ਉਹ ਕਿਹੜੀ ਹੋਣੀ ਹੈ 7 14 21 28 ਜਿਹੜਾ 20 ਨੰਬਰ ਮਲਟੀਪਲ ਹੋਏਗਾ 20 ਨੂੰ 7 ਨਾਲ ਕੀ ਕਰੋ ਮਲਟੀਪਲਾਈ ਕਰੋ ਕਿੰਨਾ ਆ ਗਿਆ 140 20 ਨੂੰ 7 ਨਾਲ ਕੀ ਕੀਤਾ ਮਲਟੀਪਲ ਕੀਤਾ ਮਲਟੀਪਲਾਈ ਕੀਤਾ ਕਿੰਨਾ ਆ ਗਿਆ 140 ਯਾਨੀ ਕਿ ਜਿਹੜਾ ਸਾਡਾ 20 ਮਲਟੀਪਲ ਆ ਉਹ ਕਿੰਨਾ ਆ ਗਿਆ 140 ਆ ਹੁਣ ਇਹਨਾਂ ਦੀ ਕੀ ਪਤਾ ਕਰਨੀ ਆ ਐਵਰੇਜ ਤਾਂ ਇਹਨਾਂ ਦੇ ਵਿਚਾਲੇ ਵੀ ਡਿਫਰੈਂਸ ਚੈੱਕ ਕਰੋ ਕੀ ਆ ਸੇਮ ਇਹਨਾਂ ਦੇ ਵਿਚਾਲੇ ਵੀ ਡਿਫਰੈਂਸ ਕੀ ਆ ਸੇਮ ਜਦੋਂ ਸੇਮ ਡਿਫਰੈਂਸ ਹੁੰਦਾ ਤਾਂ ਉਦੋਂ ਐਵਰੇਜ ਕਿਵੇਂ ਪਤਾ ਕਰਦੇ ਆ ਫਸਟ ਡਿਜਿਟ ਤੇ ਲਾਸਟ ਡਿਜਿਟ ਦੋਨਾਂ ਨੂੰ ਕੀ ਕਰਦੇ ਆ ਅਸੀਂ ਐਡ ਕਰਦੇ ਆ ਤੇ 2 ਤੇ ਕੀ ਕਰਾਂਗੇ ਅਸੀਂ ਡਿਵਾਈਡ ਕਰਾਂਗੇ ਆਨਸਰ ਆ ਗਿਆ 73.5 ਮੈਂ ਫੇਰ ਦੱਸ ਰਿਹਾ ਅਸੀਂ ਐਵਰੇਜ ਪਤਾ ਕਰਨੀ ਸੀ ਕਿਹਦੀ find the average of the first 20 multiple of 7 7 ਦੇ ਪਹਿਲੇ ਕਿੰਨੇ ਮਲਟੀਪਲ 20 ਤਾਂ ਪਹਿਲਾ ਕਿਹੜਾ ਆ ਗਿਆ 7 ਸੈਕੰਡ ਕਿਹੜਾ ਆ ਗਿਆ 14 ਥਰਡ ਕਿਹੜਾ ਆ ਗਿਆ 21 ਫੋਰਥ ਕਿਹੜਾ ਆ ਗਿਆ 28 ਜਿਹੜਾ 20 ਹੋਏਗਾ 20 ਨੂੰ 7 ਨਾਲ ਮਲਟੀਪਲਾਈ ਕੀਤਾ ਕਿੰਨਾ ਆ ਗਿਆ 140 ਇਹਨਾਂ ਦੇ ਵਿਚਾਲੇ ਡਿਫਰੈਂਸ ਕੀ ਆ ਸੇਮ ਜਦੋਂ ਸੇਮ ਡਿਫਰੈਂਸ ਹੁੰਦਾ ਤਾਂ ਐਵਰੇਜ ਕਿਵੇਂ ਪਤਾ ਕਰਦੇ ਆ ਫਸਟ ਡਿਜਿਟ ਤੇ ਲਾਸਟ ਡਿਜਿਟ ਫਸਟ ਡਿਜਿਟ ਕਿੰਨਾ 7
ਲਾਸਟ ਡਿਜਿਟ ਕਿੰਨਾ 140 ਦੋਨਾਂ ਨੂੰ ਐਡ ਕੀਤਾ ਕਿੰਨਾ ਆ ਗਿਆ 147 ਤੇ ਆਲਵੇਜ਼ ਕਿੰਨੇ ਤੇ ਡਿਵਾਈਡ ਕਰਨਾ 2 ਤੇ 2 ਤੇ ਡਿਵਾਈਡ ਕਰਕੇ ਐਵਰੇਜ ਕਿੰਨੀ ਆ ਗਈ ਸਾਡੇ ਕੋਲੇ 73.5 ਇੱਕ ਸਮ ਹੋਰ ਕਰਦੇ ਹਾਂ find the average of all number between 6 and 34 which is divisible by 5 ਅਸੀਂ ਉਹਨਾਂ ਨੰਬਰਾਂ ਦੀ ਐਵਰੇਜ ਪਤਾ ਕਰਨੀ ਆ ਕਿਹਦੇ ਵਿਚਾਲੇ 6 ਤੇ 34 ਦੇ ਵਿਚਾਲੇ ਜਿਹੜੇ 5 ਦੇ ਉੱਪਰ ਕੀ ਹੋਣੇ ਚਾਹੀਦੇ ਨੇ ਡਿਵੀਜ਼ੀਬਲ ਹੋਣੇ ਚਾਹੀਦੇ ਨੇ ਅਸੀਂ ਉਹਨਾਂ ਨੰਬਰਾਂ ਦੀ ਐਵਰੇਜ ਪਤਾ ਕਰਨੀ ਆ ਜਿਹੜੇ 6 ਤੇ 34 ਦੇ ਵਿਚਾਲੇ ਨੰਬਰ ਹੋਣ ਬਟ ਕਿੰਨੇ ਤੇ ਡਿਵੀਜ਼ੀਬਲ ਹੋਣ 5 ਤੇ ਜਿਹੜਾ 6 of 5 ਦਾ ਡਿਵੀਜ਼ੀਬਲ ਹੈ ਨੋ 7 ਹੈ ਨੋ 8 ਹੈ ਨੋ 9 ਹੈ ਨੋ 10 है 10 तो बाद कितना आएगा 15 15 तो बाद कितना आएगा 20 20 तो बाद कितना आएगा 25 25 तो बाद कितना आएगा 30 इधर 35 आएगा बट 34 तो किया 12 हुण इन्हां दे विचाले डिफरेंस चेक करो किया सेम ਜਦੋਂ ਸੇਮ ਡਿਫਰੈਂਸ ਹੁੰਦਾ ਤਾਂ ਐਵਰੇਜ ਕਿਵੇਂ ਪਤਾ ਕਰਦੇ ਆ ਫਸਟ ਡਿਜਿਟ ਤੇ ਲਾਸਟ ਡਿਜਿਟ ਦੋਨਾਂ ਨੂੰ ਕੀ ਕਰਦੇ ਆ ਅਸੀਂ ਐਡ ਕਰਦੇ ਆ ਤੇ ਆਲਵੇਜ਼ 2 ਤੇ ਕੀ ਕਰਦੇ ਆ ਡਿਵਾਈਡ ਕਰਦੇ ਆ 30 plus 10 ਕਿੰਨਾ ਬਣ ਗਿਆ 40 upon 2 ਕਿੰਨਾ ਆ ਗਿਆ 20 ਇਹਨਾਂ ਦੇ ਵਿਚਾਲੇ ਡਿਫਰੈਂਸ ਕੀ ਆ ਸੇਮ ਜਦੋਂ ਸੇਮ ਡਿਫਰੈਂਸ ਹੁੰਦਾ ਤਾਂ ਸਾਡੀ ਐਵਰੇਜ ਕਿੱਥੇ ਲਾਈ ਕਰਦੀ ਆ ਸੈਂਟਰ ਦੇ ਵਿੱਚ ਆ ਕਿੰਨੇ ਨੰਬਰ 2 ਆ ਵੀ ਨੰਬਰ 2 ਤਾਂ ਸੈਂਟਰ ਕਿੰਨਾ ਬਣ ਗਿਆ 20 ਤਾਂ ਐਵਰੇਜ ਕਿੰਨੀ ਆ ਗਈ 20 ਤਾਂ ਯਾਦ ਰੱਖਣਾ ਸਟੂਡੈਂਟਸ ਜਦੋਂ ਸਾਡੇ ਕੋਲੇ ਸੇਮ ਡਿਫਰੈਂਸ ਹੋਵੇ ਤਾਂ ਅਸੀਂ ਐਵਰੇਜ ਕਿਵੇਂ ਪਤਾ ਕਰਦੇ ਆ ਫਸਟ ਡਿਜਿਟ ਤੇ ਲਾਸਟ ਡਿਜਿਟ ਦੋਨਾਂ ਨੂੰ ਕੀ ਕਰਦੇ ਆ ਐਡ ਕਰਦੇ ਆ ਤੇ ਆਲਵੇਜ਼ 2 ਤੇ ਕੀ ਕਰਦੇ ਆ ਡਿਵਾਈਡ ਕਰਦੇ ਆ ਤੇ ਇੱਕ ਜਦੋਂ ਸਾਡੇ ਕੋਲੇ ਸੇਮ ਡਿਫਰੈਂਸ ਹੋਵੇ ਤਾਂ ਸਾਡੀ ਐਵਰੇਜ ਕਿੱਥੇ ਲਾਈ ਕਰਦੀ ਆ ਸੈਂਟਰ ਦੇ ਵਿੱਚ ਲਾਈ ਕਰਦੀ ਆ ਅੱਜ ਲਈ ਸਟੂਡੈਂਟਸ ਇੰਨਾ ਹੀ ਇਸ ਟੌਪਿਕ ਨਾਲ ਰਿਲੇਟਡ ਤੁਹਾਡੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਕੀ ਕਰ ਸਕਦੇ ਹੋ ਕਲੀਅਰ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਹਰੇਕ ਲੈਕਚਰ ਤੁਹਾਡੇ ਕੋਲੇ ਕੀ ਕਰ ਸਕੇ ਪਹੁੰਚ ਸਕੇ ਅੱਜ ਲਈ ਥੈਂਕ ਯੂ